गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सिरलेख है मोहिना सोहिना। इस लिखत नूं 4 भागां विच पढ़िया जावेगा जी। पहला भाग मोहिना ते अम्मी जी। आसमान ते बदलां दी पूरी पूरी चांदनी कोपे वांग तण गई है। निक्कियां निक्कियां बूंदां पै रहीਆਂ ਹਨ। मध्यम मध्यम वेग ਦੀ ਹਵਾ भी रुमक रही है। रुत उंज ही महा सियाले दी है, पर इस बरखा ते हवा दे रंग ने सीत ਨੂੰ बहुत ਚੁਭਵਾਂ ਕਰ ਦਿੱਤਾ ਹੈ। ਪਾਲੇ ਦੇ ਮਾਰੇ ਲੋਕੀ ਘਰਾਂ ਦੇ ਅੰਦਰ ਨਿੱਘੇ ਹੋਏ ਬੈਠੇ ਹਨ। ਇੱਕ ਸੁੰਦਰ ਟਿਕਾਣੇ ਇੱਕ ਸੁਹਾਵਣਾ ਬਾਗ ਹੈ, ਜਿਸ ਨੂੰ ਇਨਸਾਨੀ ਤੇ ਕੁਦਰਤੀ ਸੁੰਦਰਤਾ ਦਾ ਇੱਕ ਨਮੂਨਾ ਆਖ ਸਕਦੇ ਹਾਂ, ਪਰ ਇਸ ਵੇਲੇ ਲਹਿਲਹਾਉਂਦਾ ਨਹੀਂ ਆਖ ਸਕਦੇ, ਕਿਉਂਕਿ ਸੁੱਤੀ ਹੋਈ ਕੁਦਰਤ ਦੇ ਨੌਨਿਹਾਲ ਇਸ ਵੇਲੇ ਉਦਾਸ ਵੈਰਾਗੇ ਹੋਏ ਤੇ ਅਪਤ ਖੜੇ ਹਨ। ਕਿਸੇ ਵਧੀਕ ਚਤਰਾਈ ਤੇ ਕੋਈ ਨੁੱਕਰ ਖੂੰਜਾ ਸਾਵਾ ਕਰ ਰੱਖਿਆ ਹੋਵੇਗਾ ਤਾਂ ਵੱਖਰੀ ਗੱਲ ਹੈ। ਉਂਝ ਸਾਰੇ ਬਾਗ ਦਾ ਉਹ ਹਾਲ ਹੈ। ਜੋ ਬਾਗ ਦੇ ਵਿਚਕਾਰ ਕਈ ਜਗ੍ਹਾ ਹਾਊਸ ਹਨ, ਕਈ ਥਾਂ ਫੁਹਾਰੇ ਹਨ, ਕਈ ਜਗ੍ਹਾ ਸੰਖਮਰਮਰੀ ਚਾਦਰਾਂ ਤੇ ਝਰਨੇ ਹਨ, ਪਰ ਗਰਮੀ ਦੀ ਤਪਤ ਨਾ ਹੋਣ ਕਰਕੇ ਇਹਨਾਂ ਦਾ ਬਾਜ਼ਾਰ ਗਰਮ ਨਹੀਂ ਰਿਹਾ। ਇਸ ਬਾਰਾਂਦਾਰੀਆਂ ਤੇ ਫੁਹਾਰਿਆਂ, ਸੁਨਹਿਰੀ ਕਲਸਾਂ, ਲਾਜਵਰਦੀ ਮਹਿਰਾਬਾਂ ਤੇ ਸੰਖਮਰਮਰੀ ਸਜਾਵਟਾਂ ਨਾਲ ਸੱਜੇ ਬਾਗ ਦੇ ਖੂੰਜੇ ਵਿੱਚ ਇੱਕ ਛੋਟਾ ਜਿਹਾ ਘਰ ਹੈ, ਜੋ ਬਾਹਰੋਂ ਕੱਚੀ ਲਿਪਾਈ ਦਾ ਲਿਪਿਆ ਹੋਇਆ ਹੈ। ਇੱਕ ਪਾਸੇ ਕੁਝ ਛੋਲੀਏ ਦੇ ਬੂਟੇ ਨਿੱਕੇ ਨਿੱਕੇ ਹਨ। ਆਸ-ਪਾਸ ਸਰੋਂ ਤੇ ਕੁਝ ਗਗਲੂ ਖੜੇ ਖਿੜ ਰਹੇ ਹਨ, ਪਰ ਲਾਏ ਐਸੇ ਪੜਚੋਲਵੇਂ ਦਿਲ ਵਾਲੇ ਦੇ ਜਾਪਦੇ ਹਨ ਕਿ ਕੱਚੇ ਕੋਠੇ ਦੇ ਉਦਾਲੇ ਇਸ ਕੱਕਰੀ ਰੁੱਤ ਵਿੱਚ ਸਬਜ਼ੀ ਦੇ ਵਿਚਕਾਰ ਬਸੰਤ ਖਿੜਿਆ ਹੈ ਤੇ ਲਾਉਣ ਵਾਲੇ ਦੀ ਕਾਰੀਗਰੀ ਦੀ ਸਾਖ ਭਰ ਰਿਹਾ ਹੈ। ਵੇਲਾ ਕੋਈ ਕੱਚੀਆਂ ਦੁਪਹਿਰਾਂ ਦਾ ਹੈ, ਪਰ ਘੜੀਆਂ ਦੇ ਪਹਿਰੇ ਦੱਸਣ ਵਾਲੇ ਸੂਰਜ ਹੋਰੀ ਤਾਂ ਪੂਰੇ ਲੇਫਾਂ ਵਿੱਚ ਮੂੰਹ ਲੁਕਾਈ ਫਿਰਦੇ ਹਨ। ਇਹੋ ਜਾਪਦਾ ਹੈ ਕਿ ਪੌ ਫੁਟਾਲਾ ਹੁਣ ਹੀ ਹਟਿਆ ਹੈ। ਇਸ ਕੱਚੇ ਕੋਠੇ ਦੇ ਬੂਹੇ ਬੰਦ ਹਨ। ਅੰਦਰ ਪਤਾ ਨਹੀਂ ਕੀ ਹੈ, ਪਰ ਬਾਹਰ ਇੱਕ ਬੜੇ ਗੰਭੀਰ ਤੇ ਆਤਮ ਸੁੰਦਰਤਾ ਨਾਲ ਭਰੇ ਚਿਹਰੇ ਵਾਲੀ ਲੰਮੀ ਪਤਲੀ ਡੋਲ ਦੀ ਕਿਰਪਾਲਤਾ ਦੀ ਦੇਵੀ ਖੜੀ ਹੈ, ਜੋ ਦਰਵਾਜ਼ੇ ਨੂੰ ਹੱਥ ਫੜੀ ਕਿਰਪਾਨ ਦੀ ਪਿੱਠ ਨਾਲ ਠਕੋਰਦੀ ਹੈ। ਅਚਰਜ ਹੈ, ਇਹ ਕੱਚਾ ਕੋਠਾ ਗਰੀਬਾਂ ਦਾ ਚਿੜੀਆਂ ਰਹਿਣ ਬਸੇਰਾ। ਇਸ ਦੇ ਬੂਹੇ ਤੇ ਇੱਕ ਰਾਣੀਆਂ ਤੋਂ ਵਧੀਕ ਜੱਬੇ ਤੇ ਪੁਸ਼ਾਕੇ ਵਾਲੀ ਤੇਜਮਈ ਮਹਾਰਾਣੀ ਆ ਕੇ ਦਰ ਖੜਕਾ ਰਹੀ ਹੈ। ਕੁਝ ਪਲਾਂ ਦੇ ਮਗਰੋਂ ਦਰਵਾਜ਼ਾ ਖੁੱਲ੍ਹ ਗਿਆ ਔਰ ਇਹ ਰਾਣੀ ਅੰਦਰ ਲੰਘ ਗਈ। ਲੰਘਦੇ ਹੀ ਫਿਰ ਬੂਹਾ ਢੋ ਹੋ ਗਿਆ ਤੇ ਬਾਹਰ ਦੀ ਹੱਡ ਕੜਕਾਵੀਂ ਪਾਉਣ ਨੂੰ ਅੰਦਰ ਵੜਨਾ ਨਾ ਮਿਲਿਆ। ਅੰਦਰ ਬਿਜੜੇ ਦੇ ਆਹਲਣੇ ਵਾਂਗ ਰੰਗ ਲੱਗ ਰਿਹਾ ਹੈ। ਘਰ ਇਸ ਤਰ੍ਹਾਂ ਦਾ ਸਾਫ਼ ਹੈ ਕਿ ਕੱਖ ਕੁਥਾਵੇਂ ਨਹੀਂ ਪਿਆ ਦਿਸਦਾ। ਕੰਧਾਂ ਪਰ ਪਾਂਡੋ ਵਰਗੀ ਚਿੱਟੀ ਮਿੱਟੀ ਦਾ ਪੋਚਾ ਹੈ। ਹੇਠਾਂ ਸੁਥਰਾ ਲੇਪਣ ਹੈ, ਜਿਸ ਪਰ ਸਫਾ ਦੀ ਵਿਛਾਈ ਹੈ ਤੇ ਇੱਕ ਪਾਸੇ ਦਰੀ ਵਿਛੀ ਹੈ। ਇੱਕ ਖੂੰਜੇ ਲਟ ਲਟ ਕਰਦੀ ਅੱਗ ਮਗ ਰਹੀ ਹੈ। ਅੱਗ ਦੇ ਨੇੜੇ ਪੀੜੀ ਡਾ ਕੇ ਇੱਕ ਪਰਬੀਨ ਪਰ ਸਾਫ਼ ਤੇ ਨਿਰਛਲ ਨੁਹਾਰ ਦੀ ਜਵਾਨ ਇਸਤਰੀ ਬੈਠੀ ਸੀ, ਜਿਸ ਨੇ ਉੱਠ ਕੇ ਬੂਹਾ ਖੋਲ੍ਹਿਆ ਸੀ। ਹੁਣ ਪੀੜੀ ਉੱਤੇ ਆਸਣ ਵਿਛਾ ਕੇ ਆਪਣੀ ਉੱਚੀ ਪ੍ਰਾਹੁਣੀ ਦੇ ਅੱਗੇ ਕੀਤੀ ਉਸ ਤੇ ਆਪ ਫੂੜੀ ਤੇ ਬੈਠ ਕੇ ਮੱਥਾ ਟੇਕ ਕੇ ਪ੍ਰੇਮ ਦੇ ਵੇਗ ਵਿੱਚ ਬੋਲੀ, ਅੰਮੀ ਜੀ, ਮੇਰੀ ਮਾਤਾ ਜੀ, ਤੁਸੀਂ ਕਿਹੜੇ ਚੰਗੇ ਹੋ। ਅੰਮੀ ਜੀ, ਐਡੀ ਠੰਡ ਤੇ ਮੀਂਹ ਵਿੱਚ ਖੇਚਲ ਕੀਤੀ। ਦਾਸੀ ਨੂੰ ਹੁਕਮ ਕਰ ਘੱਲ ਦੇ, ਦਾਸੀ ਹਾਜ਼ਰ ਹੋ ਜਾਂਦੀ। ਅੰਮੀ ਜੀ, ਮੋਹਿਨਾ, ਮੈਂ ਆਖ ਜੋ ਗਈ ਸੀ ਕਿ ਆਵਾਂਗੀ। ਮੋਹਿਨਾ, ਫਿਰ ਕਿਹੜੀ ਗੱਲ ਸੀ, ਮੈਂ ਜੋ ਟਹਿਲਣ ਹਾਜ਼ਰ ਸਾਂ। ਅੰਮੀ ਜੀ, ਮੇਰੀਆਂ ਤਾਂ ਸਾਰੀਆਂ ਵਾੜੀਆਂ ਹਨ, ਟਹਿਲਣ ਮੇਰੀ ਕੋਈ ਕਿਉਂ। ਸਗੋਂ ਹਰ ਸੇਵਾ ਦੀ ਮੰਗ ਤਾਂ ਵਾਹਿਗੁਰੂ ਦੇ ਦਰ ਤੋਂ ਮੈਂ ਆਪ ਮੰਗਦੀ ਹਾਂ।
ਮੋਇਨਾ, ਮੇਰੀ ਚੰਗੀ ਚੰਗੇਰੀ ਅਮੀਏ, ਰੁੱਖਾ ਮਿੱਸਾ ਪ੍ਰਸ਼ਾਦ ਬੱਕਰੀ ਦਾ ਦੁੱਧ ਆਪਣੇ ਛਾਤਿਆਂ ਦੀ ਮਾਖਿਓਂ ਹਾਜ਼ਰ ਹੈ, ਆਗਿਆ ਕਰੋ ਹਾਜ਼ਰ ਕਰਾਂ। ਅੰਮੀ, ਬੇਟਾ ਜੀਓ, ਮੈਂ ਪ੍ਰਸ਼ਾਦ ਛਕਾ ਕੇ ਤੇ ਆਪ ਛਕ ਕੇ ਆਈ ਹਾਂ। ਛਕਾਉਣਾ ਹੈ ਤਾਂ ਉਹ ਛਕਾਓ ਜਿਸ ਦੀ ਭੁੱਖ ਮੈਨੂੰ ਤੁਸਾਂ ਪਾਸ ਲਿਆਈ ਹੈ। ਮੋਇਨਾ ਸਤ ਬਚਨ ਕਹਿ ਕੇ ਉੱਠੀ। ਇੱਕ ਖੂੰਜੇ ਕਿੱਲੀ ਨਾਲ ਸਰੋਦਾ ਲਟਕ ਰਿਹਾ ਸੀ, ਲਾ ਲਿਆਈ, ਸੁਰ ਕੀਤਾ ਤੇ ਲੱਗੀਆਂ ਉਸਦੀਆਂ ਤਿਰਖੀਆਂ ਉਂਗਲਾਂ ਮੱਧਮ ਤੇ ਕਲੇਜਾ ਹਿਲਾਵੀਆਂ ਠੋਕਰਾਂ ਦੇਣ। ਪਹਿਲੇ ਮਲ੍ਹਾਰ ਦਾ ਅਲਾਪ ਛਿੜਿਆ, ਪਰ ਫਿਰ ਸਾਰੰਗ ਦੀ ਗਤ ਬਜ ਗਈ। ਕਮਰੇ ਦੇ ਅੰਦਰ ਇੱਕ ਬੈਕੁੰਠ ਦਾ ਨਕਸ਼ਾ ਬਣ ਗਿਆ। ਇਸ ਵੇਲੇ ਅੰਮੀ ਜੀ ਪੀੜੀ ਤੋਂ ਉਤਰ ਕੇ ਹੇਠਾਂ ਹੋ ਬੈਠੇ। ਅੱਖਾਂ ਬੰਦ ਹੋ ਗਈਆਂ ਤੇ ਸਰੀਰ ਐਸਾ ਅਡੋਲ ਹੋਇਆ ਮਾਨੋ ਸ਼ਬਦ ਦੀ ਚੁਨਕਾਰ ਦੇ ਵਿੱਚ ਹੀ ਲੀਨ ਹੋ ਗਿਆ। ਮੋਇਨਾ ਜੀ ਦਾ ਹੁਣ ਸਰੋਦੇ ਨਾਲੋਂ ਵੀ ਸੁਰੀਲਾ ਤੇ ਮਿੱਠਾ ਗੱਲਾ ਖੋਲਿਆ। ਸਾਰੰਗ ਮਹੱਲਾ ਪਹਿਲਾ। ਹਰ ਬਿਨ ਕਿਉਂ ਰਹੀਐ ਦੁੱਖ ਬਿਆਪੈ, ਜੇਵਾ ਸਵਾਦ ਨਾ ਫੀਕੀ ਰਸ ਬਿਨ ਪ੍ਰਭ ਕਾਲ ਸੰਤਾਪੈ ਰਹਾਓ। ਜਬ ਲਗ ਦਰਸ ਨਾ ਪਰਸੈ ਪ੍ਰੀਤਮ, ਤਬ ਲਗ ਭੂਖ ਪਿਆਸੀ, ਦਰਸ਼ਨ ਦੇਖਤੀ ਮਨ ਮਾਨਿਆ, ਜਲ ਰਸ ਕਮਲ ਬਿਗਾਸੀ। ਊਨਮ ਕਨਹਰ ਗਰਜੈ ਬਰਸੈ ਕੋਕੁਲ ਮੋਰ ਬੈਰਾਗੈ, ਤਰਵਰ ਬਿਰਖ ਬੇਅੰਗ ਭੁਯੰਗਮ, ਘਰ ਪਿਰ ਧਨ ਸੁਹਾਗੈ। ਕੁਚਲ ਕਰੂ ਕੁਨਾਰ ਕੁਲਖਣੀ, ਪਿਰਕਾ ਸਹਿ ਨ ਜਾਣਿਆ, ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ, ਦੁਰਮਤ ਦੂਖ ਸਮਾਨਿਆ। ਆਏ ਨ ਜਾਵੈ ਨਾ ਦੁਖ ਪਾਵੈ, ਨਾ ਦੁਖ ਦਰਦ ਸ਼ਰੀਰੇ, ਨਾਨਕ ਪ੍ਰਭ ਤੇ ਸਹਿਜ ਸੁਹੇਲੀ, ਪ੍ਰਭ ਦੇਖਤੀ ਮਨ ਤੀਰੇ। ਸ਼ਬਦ ਦੀ ਇਹ ਗਾਇਨ ਗਤੀ ਬੈਠਵੀਂ ਲੈਅ ਵਿੱਚ ਕੁਛ ਐਸੀ ਦਿਲ ਖਿੱਚਵੀਂ ਤੇ ਰਸ ਭਰੀ ਸੀ ਕਿ ਕਿਤਨਾ ਚਿਰ ਲੰਘ ਗਿਆ। ਫਿਰ ਹੋਰ ਸ਼ਬਦ ਛਿੜਿਆ, ਲੋਡਾ ਪੈਰ ਹੋ ਗਿਆ। ਮੋਇਨਾ ਦੀ ਜਲ ਘੜੀ ਨੇ ਦੱਸਿਆ ਕਿ ਤ੍ਰਿਪਹਿਰਾ ਵੱਜ ਚੁੱਕਾ ਹੈ। ਇੰਨੇ ਨੂੰ ਕਿਲੇ ਤੋਂ ਤ੍ਰਿਪਹਿਰਾ ਵੱਜ ਕੇ 3 ਘੜੀਆਂ ਦੀ ਟੁੰਕਾਰ ਸੁਣਾਈ ਦਿੱਤੀ। ਕੀਰਤਨ ਸਮਾਪਤ ਹੋ ਚੁੱਕਾ ਸੀ। ਅੰਮੀ ਜੀ ਜਾਣਾ ਚਾਹੁੰਦੇ ਸਨ, ਪਰ ਮੋਹਿਨਾ ਤੇ ਪਿਆਰ ਭਰੀ ਮੋਹਿਨਾ ਨੇ ਐਵੇਂ ਜਾਣ ਨਾ ਦਿੱਤਾ। ਠੰਡ ਦੇ ਕਾਰਨ ਅਖਰੋਟ ਬਦਾਮ ਤੇ ਅਬਜੋਸ਼ ਅੱਗੇ ਲਿਆ ਧਰੇ ਤੇ ਲੂਣ ਵਾਲੀ ਚਾਹ ਦੀ ਕਟੋਰੀ ਨਾਲ ਅੰਮੀ ਜੀ ਨੇ ਪ੍ਰੇਮ ਦੇ ਰੰਗ ਅੱਗੇ ਨਾ ਕੀਤੀ। ਵਾਹਿਗੁਰੂ ਤੂੰ ਧੰਨ ਕਿਹਾ ਤੇ ਮੂੰਹ ਚੋਲਿਆ। ਜਦੋਂ ਮਾਤਾ ਜੀ ਟੁਰੇ ਤਾਂ ਮੋਹਿਨਾ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਚਿਹਰਾ ਹਵਾਈ ਵਾਂਗ ਉੱਡ ਗਿਆ। ਚੱਕਰ ਖਾਂਦੀ ਤੇ ਬਹਿੰਦੀ ਹੇਠਾਂ ਟਹਿ ਪਈ ਤੇ ਨਿਢਾਲ ਹੋ ਲੇਟ ਗਈ। ਅੰਮੀ ਜੀ ਨੇ ਸਿਰ ਤੇ ਹੱਥ ਫੇਰਿਆ, ਪਿਆਰ ਦਿੱਤਾ, ਗੋਦੀ ਵਿੱਚ ਸਿਰ ਲੈ ਕੇ ਥਾਪੜੇ ਦਿੱਤੇ ਤਾਂ ਸਾਵਧਾਨ ਹੋਈ। ਅਜੇ ਅਥਰੂ ਨਹੀਂ ਖਣਾਉਂਦੇ ਸਨ ਤੇ ਕਲੇਜਾ ਥਾਵੇਂ ਨਹੀਂ ਸੀ ਆਉਂਦਾ। ਮੋਹਿਨਾ, ਤੈਨੂੰ ਹੁਣ ਕਿਉਂ ਫਿਕਰ ਹੈ? ਮੈਂ ਜੋ ਫਿਕਰ ਲੈ ਲਿਆ ਹੈ। ਸਾਰੇ ਕਾਜ ਸੁਹੇਲੜੇ ਹੋ ਜਾਸਣ। ਤੂੰ ਜਿਸ ਰਾਹੇ ਟੁਰੀ ਹੈ ਤੁਰੀ ਰਹੋ। ਇਉਂ ਧੀਰਜਾਂ ਤੇ ਅਸੀਸਾਂ ਦੇਂਦੀ ਦੈਵੀ ਅੰਮਾ ਟੁਰ ਗਈ। ਅੰਮੀ ਜੀ ਨੂੰ ਗਿਆ ਕੁਝ ਚਿਰ ਬੀਤ ਗਿਆ ਸੀ। ਦਿਨ ਅੰਦਰ ਬਾਹਰ ਹੋਣ ਲੱਗ ਪਿਆ। ਸੂਰਜ ਤਾਂ ਚੜ੍ਹਿਆ ਹੀ ਨਹੀਂ ਸੀ, ਪਰ ਬੱਦਲਾਂ ਵਿੱਚੋਂ ਛਣ ਕੇ ਜੋ ਚਾਨਣ ਆਉਂਦਾ ਸੀ ਉਹ ਵੀ ਘਟਣ ਲੱਗ ਪਿਆ। ਇਸ ਵੇਲੇ ਮੋਹਿਨਾ ਨੇ ਬਾਹਰ ਆ ਕੇ ਕੂਲੀਆਂ ਸਰੋਂ ਦੀਆਂ ਗੰਦਲਾਂ ਤੋੜੀਆਂ ਤੇ ਅੰਦਰ ਜਾ ਕੇ ਸਾਗ ਧਰ ਦਿੱਤਾ। ਥੋੜ੍ਹੇ ਹੀ ਚਿਰ ਮਗਰੋਂ ਬੂਹਾ ਫਿਰ ਖੜਕਿਆ। ਰਹਿਰਾਸ ਦਾ ਭੋਗ ਪਾ ਕੇ ਅਰਦਾਸਾ ਕਰ ਰਹੀ ਮੋਹਿਨਾ ਨੇ ਅਰਦਾਸਾ ਹੋ ਚੁੱਕਣ ਪਰ ਬੂਹਾ ਖੋਲ੍ਹਿਆ ਤਾਂ ਉਸਦੇ ਪ੍ਰਾਣਪਤੀ ਜੀ ਨਜ਼ਰ ਪਏ, ਜੋ ਕਈ ਦਿਨਾਂ ਦੇ ਵਾਂਡੇ ਗਏ ਹੋਏ ਸੀ। ਇਸਨੇ ਸੀਸ ਨਿਵਾਇਆ। ਉਹਨਾਂ ਨੇ ਅਸੀਸ ਦਿੱਤੀ, ਸੁਖਸਾਂਦ ਪੁੱਛੀ ਤੇ ਮੂੰਹ ਹੱਥ ਧੋ ਕੇ ਫੇਰ ਅਗ ਉਦਾਲੇ ਆ ਬੈਠੇ। ਪਤੀ, ਮੋਹਿਨਾ, ਮੇਰੇ ਪਿੱਛੋਂ ਅੰਮੀ ਜੀ ਦੇ ਦਰਸ਼ਨ ਫਿਰ ਤੁਸਾਂ ਨਹੀਂ ਕੀਤੇ? ਮੋਹਿਨਾ ਜੀ, 2 ਵੇਰ ਹੋਏ ਹਨ।
8 ਦਿਨ ਹੋਏ ਤਾਂ ਮੈਂ ਗਈ ਸਾਂ, ਅੱਜ ਆਪ ਆਏ ਸਨ, ਹੁਣੇ ਗਏ ਨੇ। ਪਤੀ, ਧੰਨ ਭਾਗ, ਅੰਮੀ ਜੀ ਕਿਹੜੇ ਦਿਆਲੂ ਹਨ, ਕੰਗਲਿਆਂ ਨੂੰ ਨਿਹਾਲ ਕਰਦੇ ਹਨ। ਮੋਹਿਨਾ, ਚਰਨ ਪਾਉਣੇ ਹੀ ਨਹੀਂ, ਉਹ ਤਾਂ ਕੀਟਾਂ ਨੂੰ ਥਾਪਦੇ ਹਨ। ਮੈਂ ਕਿਸੇ ਵੇਲੇ ਆਪਣੇ ਆਪ ਨੂੰ ਦਾਸ ਜਾਂ ਟਹਿਲਣ ਆਖਾਂ ਤੇ ਝਿੜਕ ਕੇ ਆਖਦੇ ਹਨ, ਮੈਂ ਤੈਨੂੰ ਗੋਦ ਲਿਆ ਹੈ, ਆਪਣਾ ਬੱਚਾ ਬਣਾਇਆ ਹੈ, ਤੂੰ ਕਿਉਂ ਦਾਸੀ। ਅੰਮੀ ਆਖਾਂ ਤਾਂ ਖੁਸ਼ ਹੁੰਦੇ ਹਨ, ਕੋਈ ਹੋਰ ਵਡਿਆਈ ਦਾ ਨਾਮ ਲੈ ਕੇ ਸੱਦਾਂ ਤਾਂ ਸਦਾ ਖਿੜੇ ਮੱਥੇ ਤੇ ਵੱਟ ਪਾ ਲੈਂਦੇ ਹਨ। ਪਤੀ, ਸੱਚ ਹੈ, ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜਿਹਾਂ ਪਰ ਦਿਆਲੂ ਹੈ, ਪ੍ਰੇਮ ਵਿੱਚ ਖਿੱਚਦਾ ਹੈ। ਪਰ ਮੋਹਿਨਾ ਜੀਓ, ਕੋਈ ਸਾਡੀ ਮੁਸ਼ਕਿਲ ਖੁੱਲ ਪੈਣ ਦਾ ਨਿਸ਼ਾਨ ਵੀ ਨੇੜੇ ਨੇੜੇ ਆਇਆ ਹੈ। ਮੋਹਿਨਾ, ਸਵਾਮੀ ਜੀ ਨਹੀਂ, ਅੰਮੀ ਜੀ ਅਜੇ ਇਹੋ ਆਖਦੇ ਹਨ, ਹੁਕਮ ਨਹੀਂ। ਸੋਹਿਨਾ, ਅੱਛਾ, ਜਿਵੇਂ ਰਜ਼ਾ। ਪ੍ਰਿਆ ਜੀ, ਤੁਸੀਂ ਘਬਰਾਉਂਦੇ ਤਾਂ ਨਹੀਂ। ਮੋਹਿਨਾ, ਟੋਟ ਵਾਲਾ ਘਬਰਾ ਤਾਂ ਹੁਣ ਨਹੀਂ, ਪਰ ਵੈਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਘੜੀ ਹੈ। ਸੋਹਿਨਾ, ਇਹੋ ਮੇਰਾ ਹਾਲ ਹੈ, ਪਤਾ ਨਹੀਂ ਮੈਂ ਸਫ਼ਰ ਕਿਕੋਂ ਬਿਤਾਇਆ ਹੈ। ਪ੍ਰੇਮ ਦੀ ਖਿੱਚ ਤੇ ਬਿਰਹੇ ਦੀ ਧੂੰ ਨੇ ਇੱਕ ਪਲ ਨਹੀਂ ਛੱਡਿਆ। ਜੇ ਕਦੀ ਇਹ ਕੰਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਦਵਾਟਿਓਂ ਮੁੜ ਆਉਂਦਾ। ਮੋਹਿਨਾ, ਪਤੀ ਜੀ, ਅਸੀਂ ਦਾਸ ਜੋ ਠਹਿਰੇ, ਜੋ ਮਾਲਕ ਦੀ ਰਜ਼ਾ ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿੱਚ ਸਾਡਾ ਭਲਾ। ਸਾਈਂ ਮਿਹਰ ਕਰੇ, ਉਹ ਕਰੀਏ ਜੋ ਉਸਨੂੰ ਪਾਵੇ। ਪਰ ਇਹ ਕਰਦਿਆਂ ਸਾਡੀ ਧੂ ਤੇ ਖਿੱਚ ਦੂਣ ਸਵਾਈ ਹੁੰਦੀ ਜਾਵੇ। ਜਿੰਨਾ ਚਿਰ ਇਸ ਧੂ ਨੂੰ ਮਨ ਚੱਲੇ, ਜਰੀ ਜਾਵੇ। ਵਾਹ ਵਾਹ, ਜਦ ਜਰ ਨਾ ਸਕੇ ਤੇ ਇਸ ਦੇ ਭਾਰ ਟੁੱਟ ਜਾਵੇ, ਤਦ ਇਸ ਤੋਂ ਉੱਤਮ ਵਸੀਲਾ ਹੋਰ ਕੀ ਹੋ ਸੀ ਜਿਸ ਨਾਲ ਕਲਿਆਣ ਮਿਲੇ। ਸੋਹਿਨਾ, ਜੋ ਮਾਲਕ ਕੰਮ ਸੌਂਪੇ ਉਹ ਕਰੀਏ, ਜੋ ਹੁਕਮ ਦੇਵੇ ਮੰਨੀਏ। ਮਾਲਕ ਚਾਹੇ ਝਿੜਕੇ ਚਾਹੇ ਦੁਰਕਾਰੇ, ਪਰ ਚੰਗਾ ਲੱਗਦਾ ਰਵੇ, ਪਿਆਰ ਵੱਧਦਾ ਰਵੇ ਤੇ ਪ੍ਰੇਮ ਹੁਲਾਰੇ ਲੈਂਦਾ ਰਵੇ, ਫਿਰ ਕਦੇ ਆਪੇ। ਮੋਹਿਨਾ, ਹਾਂ ਪ੍ਰਿਆਵਰ ਜੀ, ਦਰਸ਼ਨ ਦਾਤ ਹੈ, ਮਿਹਰ ਹੈ, ਨਦਰ ਹੈ। ਅੰਮੀ ਜੀ ਆਖਦੇ ਹਨ, ਸੇ ਸਾਡੇ ਸਾਧਨ ਮੁਰਦਾ ਸਾਧਨ ਹਨ। ਅਸੀਂ ਜੋ ਮੁਰਦੇ ਹੋ ਰਹੇ ਹਾਂ, ਇਹ ਤਾਂ ਲੂਲੇ ਪਿੰਗਲੇ ਦੇ ਟੁੰਡ ਮਾਰਨ ਵਾਲੀ ਗੱਲ ਹੈ। ਲੂਲਾ ਪਿੰਗਲਾ ਪਰਬਤ ਤੇ ਕਦੇ ਪਹੁੰਚ ਸਕਦਾ ਹੈ। ਸਾਈਂ ਦੀ ਨਦਰ, ਸਾਈਂ ਦੀ ਮਿਹਰ ਉਸ ਨੂੰ ਖਿੰਨ ਵਿੱਚ ਲੈ ਜਾ ਸਕਦੀ ਹੈ। ਦਰਸ਼ਨ ਤਾਂ ਮਿਹਰ ਹੈ, ਮਿਹਰ ਦਾਤੇ ਦੇ ਵਸ ਹੈ, ਸਾਡੇ ਵਸ ਨਹੀਂ। ਅਸੀਂ ਤਾਂ ਮੰਗਤੇ ਹਾਂ, ਮੰਗਤਾ ਝੋਲੀ ਅੱਡੀ ਰੱਖੇ, ਆਸਾ ਬੰਦ ਰਹੇ, ਮਨ ਹਰ ਵੇਲੇ ਯਾਚਨਾ ਵਿੱਚ ਰਹੇ, ਬਸ। ਬਾਕੀ ਦੇਣਾ ਮਿਹਰਾਂ ਵਾਲੇ ਦੇ ਵਸ ਹੈ, ਉਸ ਦੇ ਦੁਆਰੇ ਆਸਾਵੰਦ ਰਹਿਣਾ, ਇਤਨਾ ਹੀ ਮੰਗਤੇ ਦਾ ਕਰਤਵ ਹੈ। ਮੰਗਤਾ ਕਾਲਾ ਨਾ ਪਵੇ, ਮੰਗਤਾ ਨਿਰਾਸ਼ ਨਾ ਹੋਵੇ, ਮੰਗਤਾ ਮਾਨ ਨਾ ਕਰੇ, ਮੰਗਤਾ ਦਾਵਾ ਨਾ ਬਣੇ, ਹੰਕਾਰ ਨਾ ਤਾਰੇ ਕੇ ਜ਼ਰੂਰ ਮਿਲਸੀ, ਪਰ ਮੰਗਤਾ ਕਦੇ ਸਿਦਕ ਨਾ ਹਾਰੇ, ਨਿਹਚਾ ਰੱਖੇ ਕਿ ਦਾਤਾ ਕਦੇ ਨਾ ਕਦੇ ਜ਼ਰੂਰ ਤਰੁੱਟਸੀ। ਆਸਾਵੰਦ ਰਹੋ, ਮੰਗ ਧਰਮ ਧਾਰੋ, ਇਹ ਅੰਮੀ ਜੀ ਦਾ ਵਾਕ ਸੀ। ਸੁਪਤੀ ਜੀ, ਅੱਗੇ ਆਪਣੇ ਹੱਠ ਤੇ ਹੋਂ ਪਰੇ ਸਾਧਨਾ ਦਾ ਫਲ ਵੇਖ ਹੀ ਚੁੱਕੇ ਹਾਂ, ਕੀ ਪਾਇਆ ਹੈ। ਹੁਣ ਤਾਂ ਅੰਮੀ ਜੀ ਦੀ ਸੁਮਤ ਸਾਨੂੰ ਲੱਗੇ, ਅਸੀਂ ਨੌਕਰ ਰਹੀਏ ਤੇ ਨਖਰਾ ਚੁਕਾਈਏ। ਅਸੀਂ ਸ਼ੁਕਰ ਕਰੀਏ ਕਿ ਸਾਨੂੰ ਅੰਮੀ ਜੀ ਦੀ ਮਿਹਰ ਮਿਲ ਗਈ ਹੈ। ਦੇਖੋ ਅੱਜ ਕਿੱਡੀ ਠੰਡ ਤੇ ਮੀਂਹ ਦਾ ਕਣੀ ਕਣੋਟ ਸੀ, ਪਰ ਸੁਖਨਾ ਭਾਵ ਬਚਨਾਂ ਦੀ ਪੱਕੀ ਅੰਮੀ, ਜਿਸ ਦੇ ਅਸੀਂ ਮੁੱਲ ਖਰੀਦੇ ਗੋਲਿਆਂ ਤੋਂ ਵੀ ਹੀਣੇ ਦਾਸ ਹਾਂ, ਆਪ ਟੁਰ ਕੇ ਇਸ ਕੱਖਾਂ ਦੀ ਕੁੱਲੀ ਵਿੱਚ ਆਈ ਔਰ ਮੈਨੂੰ ਆਤਮ ਉਪਦੇਸ਼ਾਂ ਨਾਲ ਕਿਰਤਾਰਥ ਕਰਕੇ ਗਈ ਹੈ। ਮੋਇਨਾ ਇਹ ਕਹਿ ਰਹੀ ਸੀ ਤੇ ਸੋਹਿਨਾ ਜੀ ਦੇ ਨੇਤਰ ਮਿਟਦੇ ਜਾਂਦੇ ਸੇ ਔਰ ਅੱਖਾਂ ਵਿੱਚੋਂ ਕੋਈ ਕੋਈ ਟੇਪਾ ਤਰਪ ਤਰਪ ਕਰ ਰਿਹਾ ਸੀ। ਹੁਣ ਮੋਇਨਾ ਕਹਿੰਦੀ ਕਹਿੰਦੀ ਆਪ ਵੀ ਗੁੰਮ ਹੋ ਗਈ।
कैसा अद्भुत दर्शन है। कैसे इस्त्री भरता एक रंगदे हन। कैसा घर दा सत्संग है। गुरु नानक सोहेले दी क्या तासीर। घर सुख वसिया बाहर सुख पाया। कैसा मिठा फल लगा है जिसदा बीज गुरु नानक केरदा है। जिसदा पता सतगुर एम देंदा है। कहो नानक गुर मंत्र दृढ़ाया। सच है गुरु नानक दा मंत्र काया पलटदा है, मन पलटदा है ते आत्म जीवन दान करदा है। असल रसायन गुरु नानक दे गारड़ू मंत्र विच है। जो विष झाड़दा है, प्रेम अमृत पाउंदा है ते सदा रहे कंचन सी काया। काल न कबहू ब्यापे दा अमर सोना तैयार करदा है। दंपति किन्ना चिर इसे अडोलता बिरती दी रस भरी एकाग्रता विच बैठे रहे। अग बल बल के हिस रही ते साग उबल उबल के रिझ रिया। दीवा जग जग के बुझ रिया। पर इन्हां नूं अपनी मंग दे शुकराने विच जो ठंडा ठंडा रस आया सी, वो अपने विच इन्ना गर्क कर गया कि पता ही नहीं रहा कि अस्थूल संसार की रंग वटा चुका है। तदे अख खुली जदों बूए ने फिर खटखट कीती। हित अलसाइयां प्रेम नाल जुड़ियां अखां खुलियां। मोइना ने दरवाज़ा खोलिया तां एक दास सी जिसने बड़े प्रेम नाल कहा, बीबी जी मैं सच्चे द्वारों आया हाँ। अमृत वेले तुसानू ध्यान विचों उठाया है, पर अम्मी जी ने घलिया ते आख्या है कि रात महाराज जी दे समर्पण लई फुल कितों नहीं आए ते साढ़े दर्शन दा वक़्त नेड़े है। हो सके तां एक सेरे जोगे फुल दिओ और छेती दिओ जो साढ़े नेम विच भंग ना पवे। रात सुनेहा घलना याद नहीं रहा। लेखियां ते पड़चोलां वालियां समझां उस खुशी नूं की समझण जो इस सुख सुनेहड़े ने दिती। प्रेम दे बेगम राह इलाही ते अलेल रस्ते ते टुराऊ मोहिना ते सोहिना उठे। अपनी साम साम ते खोरियां परालियां नाल कज कज रखी फुलवाड़ी विच जा वड़े। आकाश विच बदलां दा चिट्टा ते काला रूप छा रिहा है। इन्हां दे पिछे चंद्रमा है। बदलां विचों दामनी खियोंदी ते लिशकारा मारदी है। इस लिशकारे विच प्यारे लई प्रेम फुल तोड़ रहे हन। ऊपर बने आकाश तले धर सोहती। दे दिस चमके बीजल मुख को जोहती। खोजत फिरों विदेश पियो कत पाइए। हर हाँ जे मस्तक होवे भाग तां दरस समाई। फुल तोड़दे हन, जी खुशी नाल उछलदा है। अम्मी जी केड़े चंगे हन जो ऐसे सोहणे काम लई सानू याद करदे हन। जिन्हां दे दुआरे बनराए हथ बधी खड़ी है, वो सानू सेवा दे के वड्याउंदे हन। अम्मी 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 तू धन है। फिर फुल्लां नू इस तरह दे प्यार भाव नाल बुलाउंदे हन, आखदे हन, नेक नसीब तुसाडे मित्रो जिन्हां जाए पिया गल पैना। वाह उगना ते सुफला लगना, खिड़खिड़ हस हस रहना। वाह टुटना वाह सूई चढ़ना, वाह गुंदे रल बहना। वाह हसन वाह रोण तुहाडे जिन्हां जाए पिया गल पैना। ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੋਹਣੇ ਸੋਹਣੇ ਗੈਂਦੇ ਦੇ ਫੁੱਲ ਅੰਮੀ ਜੀ ਲਈ ਇੱਕ ਸੋਹਣੀ ਪਟਾਰੀ ਵਿੱਚ ਪਾ ਕੇ ਘੱਲ ਦਿੱਤੇ। ਤ੍ਰਿਪਹਿਰਾ ਬੀਤ ਚੁੱਕਾ ਸੀ। ਹੁਣ ਸੌਣ ਦਾ ਵੇਲਾ ਹੀ ਨਹੀਂ ਸੀ। ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿੱਚ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।